बेटा ਤੁਹਾਨੂੰ पता मौसम का अनुमान किवें लगाया जाता? ਆਪਾਂ रोज़ रेडियो टीवी ते जो खबरां सुनते हैं उत्थे मौसम बारे जानकारी दिंदे हुंदे आ भी आने वाले 24 घंटिਆਂ ਵਿੱਚ ਹੁਣ ਤਾਂ मोबाइल फोन ਵਿੱਚ भी दस दिंदे आ कई हफ्ते भी आने वाले कई हफ्तिਆਂ तक ਜਾਂ 1 हफ्ते तक मौसम किदां दा रहूगा, किहड़े दिन मींह आऊगा, किहड़े दिन धुप्प निकलूगी। ਇਹ जानकारी कित्थों हासिल करदे आ? ਇਹਦੇ ਲਈ बेटा कई यंत्र ਵਰਤਦੇ ਆ। ਇਹਨਾਂ ਬਾਰੇ ਆਪਾਂ ਹੁਣ ਜਾਣਕਾਰੀ ਹਾਸਲ ਕਰਦੇ ਹਾਂ। ਕਿਹੜੇ ਯੰਤਰ ਵਰਤਦੇ ਆ ਮੌਸਮ ਵਿਗਿਆਨੀ ਮੌਸਮ ਦੀ ਭਵਿੱਖਬਾਣੀ ਕਰਨ ਵਾਸਤੇ। ਪਹਿਲੇ ਨੰਬਰ 'ਤੇ ਤਾਂ ਆਉਂਦਾ ਹੈ ਮੈਕਸੀਮਮ ਮਿਨੀਮਮ ਥਰਮਾਮੀਟਰ। ਮੈਕਸੀਮਮ ਮਤਲਬ ਸਮਝਦੇ ਹੋ ਵੱਧ ਤੋਂ ਵੱਧ, ਮਿਨੀਮਮ ਘੱਟ ਤੋਂ ਘੱਟ। ਇਸ ਨੂੰ ਟੈਕਨੀਕਲ ਭਾਸ਼ਾ 'ਚ ਉੱਚਤਮ ਅਤੇ ਨਿਊਨਤਮ ਥਰਮਾਮੀਟਰ ਕਹਿੰਦੇ ਆ। ਥਰਮਾਮੀਟਰ ਤੁਹਾਨੂੰ ਪਤਾ ਹੀ ਹੈ ਤਾਪਮਾਨ ਮਾਪਣ ਲਈ ਵਰਤਿਆ ਜਾਣ ਵਾਲਾ ਯੰਤਰ ਹੈ। ਅਤੇ ਜਦੋਂ ਕਿਸੇ ਥਾਂ ਦਾ ਜਲਵਾਯੂ ਜਾਂ ਮੌਸਮ ਪਤਾ ਕਰਨਾ ਹੋਵੇ ਤਾਂ ਉੱਥੋਂ ਦੇ ਤਾਪਮਾਨ ਦੀ ਜਾਣਕਾਰੀ ਬਹੁਤ ਜ਼ਰੂਰੀ ਹੁੰਦੀ ਹੈ। ਇਹ ਥਰਮਾਮੀਟਰ ਬਣਿਆ ਕਿੱਦਾਂ ਦਾ ਹੁੰਦਾ ਬੇਟੇ? ਦੇਖੋ ਧਿਆਨ ਨਾਲ। ਇਹ ਦੋ ਜੁੜੀਆਂ ਹੋਈਆਂ ਨਾਲੀਆਂ ਜਿਹੜੀਆਂ ਯੂ ਸ਼ੇਪ ਦੀਆਂ ਹੁੰਦੀਆਂ ਉਹਨਾਂ ਨਾਲ ਬਣਿਆ ਹੁੰਦਾ। ਇੱਕ ਨਾਲੀ ਜਿਹੜੀ ਟਿਊਬ ਹੈ ਉਹਦੇ ਰਾਹੀਂ ਦਿਨ ਦਾ ਵੱਧ ਤੋਂ ਵੱਧ ਤਾਪਮਾਨ, ਅਤੇ ਦੂਜੀ ਜਿਹੜੀ ਹੈ ਉਹ ਰਾਤ ਦਾ ਘੱਟ ਤੋਂ ਘੱਟ ਤਾਪਮਾਨ ਮਾਪਦੀ ਹੈ। ਇਹ ਤਾਪਮਾਨ ਡਿਗਰੀਆਂ ਵਿੱਚ ਮਾਪਿਆ ਜਾਂਦਾ ਹੈ, ਚਾਹੇ ਉਹ ਸੈਂਟੀਗ੍ਰੇਡ ਹੋਣ ਅਤੇ ਚਾਹੇ ਉਹ ਫਾਰਨਹੀਟ। ਸਮਝ ਗਏ ਨਾ? ਸੈਂਟੀਗ੍ਰੇਡ ਜਾਂ ਫਾਰਨਹੀਟ ਡਿਗਰੀਆਂ ਵਿੱਚ ਇਹ ਤਾਪਮਾਨ ਮਾਪਿਆ ਜਾਂਦਾ ਹੈ। ਆਪਾਂ ਵਾਯੂ ਦਾਬ ਦੀ ਗੱਲ ਕਰਦੇ ਹੁੰਦੇ ਬੇਟਾ। ਇਹ ਵਾਯੂ ਦਾਬ ਹਵਾ ਦੇ ਦਾਬ ਨੂੰ ਮਾਪਣ ਲਈ ਬਣਾਇਆ ਹੋਇਆ ਯੰਤਰ ਹੁੰਦਾ ਹੈ। ਇਸ ਦਾ ਨਾਂ ਹੁੰਦਾ ਹੈ ਐਨਰੋਇਡ ਬੈਰੋਮੀਟਰ। ਇਸ ਦੇ ਵਿੱਚ ਕੀ ਵਰਤਦੇ ਆ? ਇੱਕ ਛੋਟੀ ਜਿਹੀ ਜਿਹੜੀ ਮੁੜ ਜਾਂਦੀ ਛੇਤੀ, ਫਲੈਕਸੀਬਲ ਹੁੰਦੀ ਹੈ, ਧਾਤ ਦੀ ਡੱਬੀ ਵਰਤੀ ਜਾਂਦੀ ਇਸ ਵਿੱਚ। ਇਸ ਨੂੰ ਐਨਰੋਇਡ ਸੈੱਲ ਜਾਂ ਕੈਪਸੂਲ ਵੀ ਕਹਿੰਦੇ ਹਨ। ਬਰੀਲੀਅਮ ਅਤੇ ਕਾਪਰ ਦੇ ਯੋਗਕ ਨਾਲ ਇਹ ਬਣੀ ਹੁੰਦੀ ਹੈ। ਇਸ ਵਿੱਚੋਂ ਹਵਾ ਕੱਢ ਦਿੱਤੀ ਜਾਂਦੀ ਹੈ। ਅਤੇ ਜੇ ਆਪਾਂ ਗੱਲ ਕਰੀਏ ਸਿੰਪਲ ਭਾਸ਼ਾ ਵਿੱਚ, ਇਸ ਡੱਬੀ ਵਿੱਚੋਂ ਹਵਾ ਕੱਢ ਕੇ ਹਲਕੀ ਅਤੇ ਪਤਲੀ ਚਾਦਰ ਨਾਲ ਇਹਨੂੰ ਬੰਦ ਕਰ ਦਿੱਤਾ ਜਾਂਦਾ। ਅਤੇ ਡੱਬੀ ਦੇ ਅੰਦਰ ਇੱਕ ਸਪਰਿੰਗ ਹੁੰਦਾ। ਸਪਰਿੰਗ ਸਮਝਦੇ ਨਾ? ਸਪਰਿੰਗ ਜਿਹਾ ਹੁੰਦਾ। ਜਦੋਂ ਹਵਾ ਇਹਦੇ 'ਤੇ ਆਪਣਾ ਦਬਾਅ ਪਾਉਂਦੀ ਹੈ ਤਾਂ ਡੱਬੀ ਦੇ ਅੰਦਰ ਸਪਰਿੰਗ ਨਾਲ ਲੱਗੀ ਹੋਈ ਸੂਈ ਜਿਹੜੀ ਹੈ ਉਹ ਘੁੰਮਦੀ ਹੈ। ਜਿੰਨਾ ਦਬਾਅ ਪਵੇਗਾ ਅਤੇ ਓਨਾ ਸੂਈ ਜ਼ਿਆਦਾ ਘੁੰਮੇਗੀ ਅਤੇ ਸੂਈ ਆਪਣੇ ਅੰਕੜਿਆਂ 'ਤੇ ਜਾ ਟਿਕਦੀ ਹੈ। ਅਤੇ ਇਹਨਾਂ ਅੰਕੜਿਆਂ ਨੂੰ ਪੜ੍ਹ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਵਾਯੂ ਦਾਬ ਕਿੰਨਾ ਹੁੰਦਾ। ਆਮ ਤੌਰ 'ਤੇ ਇਸ ਦੀ ਇਕਾਈ ਮਿਲੀ ਬਾਰ ਹੁੰਦੀ ਬੇਟਾ। ਇਹ ਮਿਲੀ ਬਾਰਾਂ ਵਿੱਚ ਦੱਸਿਆ ਜਾਂਦਾ ਹੈ। ਯਾਦ ਰੱਖੋਗੇ ਨਾ? ਐਨਰਾਇਡ ਬੈਰੋਮੀਟਰ ਵਿੱਚ ਜਿਹੜਾ ਤਾਪਮਾਨ ਹੈ, ਵਾਯੂ ਦਾਬ ਹੈ, ਦੇਖੋ ਭੁਲੇਖਾ ਪੈ ਚੱਲਾ ਸੀ। ਐਨਰਾਇਡ ਬੈਰੋਮੀਟਰ ਵਿੱਚ ਜਿਹੜਾ ਵਾਯੂ ਦਾਬ ਹੈ ਉਹ ਮਿਲੀ ਬਾਰਾਂ ਵਿੱਚ ਦੱਸਿਆ ਜਾਂਦਾ ਹੈ। ਵਾਯੂ ਦਾਬ ਦੀ ਇਕਾਈ ਕੀ ਹੈ? ਮਿਲੀ ਬਾਰ। ਅਤੇ ਯੰਤਰ ਕਿਹੜਾ ਹੈ? ਐਨਰਾਇਡ ਬੈਰੋਮੀਟਰ। ਅਗਲਾ ਯੰਤਰ ਹੈ ਬੇਟੇ ਡਰਾਈ ਐਂਡ ਵੈਟ ਬਲਬ ਥਰਮਾਮੀਟਰ। ਪੰਜਾਬੀ 'ਚ ਕਹਿ ਲਈਏ ਸੁੱਕੀ ਅਤੇ ਗਿੱਲੀ ਗੋਲੀ ਦਾ ਥਰਮਾਮੀਟਰ। ਇਹ ਕਿਉਂ ਵਰਤਿਆ ਜਾਂਦਾ ਹੈ? ਇਹ ਵਾਤਾਵਰਨ ਵਿੱਚ ਮੌਜੂਦ ਨਮੀ ਨੂੰ ਮਾਪਣ ਲਈ ਇਸ ਦੀ ਵਰਤੋਂ ਹੁੰਦੀ ਹੈ। ਇਸ ਥਰਮਾਮੀਟਰ ਦੇ ਇੱਕ ਪਾਸੇ ਗੋਲੀ ਲੱਗੀ ਹੁੰਦੀ ਹੈ ਜਿਹੜੀ ਕਿ ਕੱਪੜਾ ਲਪੇਟ ਕੇ, ਗਿੱਲਾ ਕੱਪੜਾ ਜਾਂ ਉਸ ਨੂੰ ਪਾਣੀ ਵਿੱਚ ਡੁਬੋ ਕੇ ਕਹਿ ਲਓ, ਅਤੇ ਗਿੱਲਾ ਰੱਖਿਆ ਜਾਂਦਾ ਹੈ ਉਸ ਨੂੰ। ਅਤੇ ਦੂਸਰਾ ਜਿਹੜਾ ਹੈ ਉਸ ਨੂੰ
ਖੁਸ਼ਕ ਰੱਖਿਆ ਜਾਂਦਾ ਹੈ। ਹੁਣ ਜਦੋਂ ਗਿੱਲਾ ਪਾਸਾ ਜਿਹੜਾ ਹੈ ਉਹ ਤਾਪਮਾਨ ਦੇ ਵਿੱਚ ਗਿਰਾਵਟ ਲੈ ਕੇ ਆਉਂਦਾ ਹੈ ਅਤੇ ਸੁੱਕੇ ਵਾਲੇ ਪਾਸੇ ਗਿਰਾਵਟ ਨਹੀਂ ਆਉਂਦੀ, ਜਾਂ ਹਵਾ ਦੀ ਨਮੀ ਜਿਵੇਂ ਜਿਵੇਂ ਇਹਨਾਂ ਦੋਨਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਸ ਦਾ ਅੰਤਰ ਉਹ ਜਾਣ ਲਿਆ ਜਾਂਦਾ ਹੈ, ਜਿਸ ਨਾਲ ਹਵਾ ਦੇ ਵਿਚਲੀ ਨਮੀ ਦਾ ਪਤਾ ਲੱਗਦਾ ਹੈ। ਅੱਗੇ ਹੈ ਬੇਟਾ ਵਰਖਾ ਮਾਪਕ ਯੰਤਰ, ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਰੇਨ ਗੇਜ। ਸਾਦੀ ਭਾਸ਼ਾ ਵਿੱਚ ਤਾਂ ਕਹਿ ਲਓ ਵਰਖਾ 'ਚ ਭਾਂਡਾ ਰੱਖ ਦਿੱਤਾ ਜਾਂਦਾ, ਭਾਂਡੇ ਦੇ ਵਿੱਚ ਜਿੰਨਾ ਵੀ ਇਕੱਠਾ ਹੋ ਗਿਆ ਉਹਨੂੰ ਮਾਪ ਲਿਆ ਜਾਂਦਾ। ਪਰ ਟੈਕਨੀਕਲ ਭਾਸ਼ਾ 'ਚ ਇਹਨੂੰ ਆਪਾਂ ਦੇਖੀਏ ਵੀ ਇਸ ਬਰਤਨ ਦੀ ਵਰਤੋਂ ਕਿਸ ਤਰ੍ਹਾਂ ਹੁੰਦੀ ਹੈ, ਜਾਂ ਇਸ ਨੂੰ ਯੰਤਰ ਆਪਾਂ ਕਿਵੇਂ ਕਹਿੰਦੇ ਹਾਂ। ਇਹਦੀ ਵਰਤੋਂ ਕਰਦੇ ਆ ਮੌਸਮ ਵਿਗਿਆਨੀ ਜਾਂ ਜਲ ਵਿਗਿਆਨੀ। ਕਾਹਦੇ ਲਈ? ਵੀ ਇੱਕ ਨਿਸ਼ਚਿਤ ਸਮੇਂ ਦੌਰਾਨ ਕਿਸੇ ਸਥਾਨ ਉੱਤੇ ਕਿੰਨਾ ਮੀਂਹ ਪਿਆ ਜਾਂ ਕਿੰਨਾ ਜਲ ਉੱਪਰ ਥੱਲੇ ਨੂੰ ਆਇਆ। ਜਿਹੜਾ ਇੱਕ ਸਟੈਂਡਰਡ ਦਾ ਰੇਨ ਗੇਜ ਹੁੰਦਾ ਵਰਖਾ ਮਾਪਕ ਯੰਤਰ, ਉਸ ਦੇ ਉੱਤੇ ਇੱਕ ਕੀਪ ਲੱਗੀ ਹੁੰਦੀ ਹੈ, ਜਿਹੜੀ ਕਿ ਨਿਸ਼ਾਨ ਲੱਗੇ ਸਿਲੰਡਰਾਂ ਦਾ ਪਾਣੀ ਉਸ ਵਿੱਚ ਭਰਿਆ ਜਾਂਦਾ ਕੀਪ ਰਾਹੀਂ, ਅਤੇ 2 ਸੈਂਟੀਮੀਟਰ ਇਹਨਾਂ ਦਾ ਵਿਆਸ ਹੁੰਦਾ, ਅਤੇ ਜਿਹੜਾ ਫਿੱਟ ਹੋ ਜਾਂਦਾ ਇੱਕ ਵੱਡੇ ਸਿਲੰਡਰ ਦੇ ਵਿੱਚ, ਕੰਟੇਨਰ ਜਾਂ ਭਾਂਡਾ ਕਹਿ ਲਓ। ਅਤੇ ਉਹ ਕੰਟੇਨਰ ਦਾ ਅਰਧ ਵਿਆਸ 20 ਸੈਂਟੀਮੀਟਰ ਹੁੰਦਾ ਅਤੇ ਉਹ 50 ਸੈਂਟੀਮੀਟਰ ਲੰਮਾ ਹੁੰਦਾ। ਜੇ ਨਿਸ਼ਾਨ ਲੱਗੇ ਸਿਲੰਡਰਾਂ ਦਾ ਪਾਣੀ ਭਰ ਜਾਂਦਾ, ਜਾਂ ਸਿਲੰਡਰ ਰੱਖਿਆ ਉਹ ਭਰ ਗਿਆ, ਤਾਂ ਜਿਹੜਾ ਬਾਹਰਲਾ ਭਾਂਡਾ ਕੰਟੇਨਰ ਉਹ ਉਸ ਵਿੱਚ ਪਾਣੀ ਡੁੱਲਣਾ ਸ਼ੁਰੂ ਹੋ ਜਾਂਦਾ, ਓਵਰਫਲੋ ਹੋਣਾ ਸ਼ੁਰੂ ਹੋ ਜਾਂਦਾ। ਅਤੇ ਜਦੋਂ ਮਾਪ ਲਏ ਜਾਂਦੇ ਹੈ ਅਤੇ ਛੋਟੇ ਨਿਸ਼ਾਨ ਲੱਗੇ ਸਿਲੰਡਰ ਦੀ ਮਾਪ ਲਿਆ ਜਾਂਦਾ ਹੈ, ਅਤੇ ਜਿਹੜਾ ਵੱਧ ਪਾਣੀ ਡੁੱਲ ਕੇ ਕੰਟੇਨਰ 'ਚ ਗਿਆ ਹੁੰਦਾ ਉਹਨੂੰ ਬੜੀ ਸਾਵਧਾਨੀ ਦੇ ਨਾਲ ਨਿਸ਼ਾਨ ਲੱਗੇ ਸਿਲੰਡਰ ਵਿੱਚ ਦੁਬਾਰਾ ਪਾ ਕੇ ਉਸਨੂੰ ਟੋਟਲ ਫਿਰ ਕਿੰਨਾ ਮੀਂਹ ਪਿਆ ਮਾਪ ਲਿਆ ਜਾਂਦਾ ਹੈ। ਅਤੇ ਕਈ ਵਾਰੀ ਕੋਈ ਇੱਕ ਕੌਣ ਮੀਟਰ ਹੁੰਦਾ ਉਸ ਨੂੰ ਵੀ ਯੂਜ਼ ਕਰ ਲਿਆ ਜਾਂਦਾ ਹੈ ਤਾਂ ਕਿ ਲੀਕੇਜ ਨਾ ਹੋਵੇ, ਕਿਉਂਕਿ ਲੀਕੇਜ ਨਾਲ ਵੀ ਡਾਟੇ ਦੀ ਪੜ੍ਹਤ ਵਿੱਚ ਫਰਕ ਪੈ ਸਕਦਾ ਹੈ। ਇਹ ਜਿਹੀਆਂ ਥਾਵਾਂ ਜਿੱਥੇ ਮੀਟ੍ਰਿਕ ਸਿਸਟਮ ਦੀ ਵਰਤੋਂ ਹੁੰਦੀ ਹੈ ਮਾਪਣ ਲਈ, ਉੱਥੇ ਮਿਲੀਮੀਟਰਾਂ ਨਾਲ ਨਿਸ਼ਾਨ ਲਗਾਏ ਜਾਂਦੇ ਹੈ, ਅਤੇ 250 ਮਿਲੀਮੀਟਰ ਤੱਕ ਇਹ ਸਿਲੰਡਰ ਖੜ੍ਹਵੇਂ ਤੌਰ 'ਤੇ ਮਾਪ ਸਕਦਾ ਹੁੰਦਾ ਹੈ, ਅਤੇ ਇੱਕ ਜਿਹੜਾ ਨਿਸ਼ਾਨ ਹੈ ਉਹ ਅੱਧੇ ਮਿਲੀਮੀਟਰ ਦਾ ਹੋ ਸਕਦਾ ਹੈ। ਇਹ ਹੈ ਬੇਟਾ ਵਾਯੂ ਦਿਸ਼ਾ ਸੂਚਕ ਯੰਤਰ। ਇਸ ਨੂੰ ਪੌਣ ਕੁੱਕੜ ਵੀ ਕਹਿੰਦੇ ਹੈ। ਕਿਉਂਕਿ ਇਸ ਯੰਤਰ ਉੱਤੇ ਜਾਂ ਤਾਂ ਤੀਰ ਲੱਗਾ ਹੁੰਦਾ ਜਾਂ ਮੁਰਗੇ ਦੀ ਸ਼ਕਲ ਬਣੀ ਹੁੰਦੀ ਹੈ। ਇਹ ਤੀਰ ਜਾਂ ਮੁਰਗਾ ਜਿਹੜਾ ਹੈ ਸਿੱਧੀ ਲੰਮੀ ਧੁਰੀ 'ਤੇ ਘੁੰਮਦਾ ਹੈ। ਇਸ ਮੁਰਗੇ ਦੇ ਥੱਲੇ 4 ਦਿਸ਼ਾਵਾਂ ਦੇ ਨਾਂ ਹੇਠ ਲਿਖੀਆਂ ਸੀਖਾਂ ਰਾਹੀਂ ਦੱਸੇ ਜਾਂਦੇ ਹਨ। ਜਦੋਂ ਹਵਾ ਚੱਲਦੀ ਹੈ ਤਾਂ ਮੁਰਗੇ ਦਾ ਮੂੰਹ ਘੁੰਮ ਕੇ ਉਸੇ ਪਾਸੇ ਹੋ ਜਾਂਦਾ ਹੈ ਜਿਸ ਪਾਸੇ ਤੋਂ ਹਵਾ ਆਉਂਦੀ ਹੈ, ਅਤੇ ਸੀਖ ਉੱਤੇ ਦਿੱਤੇ ਨਿਸ਼ਾਨ ਤੋਂ ਵਾਯੂ ਦੀ ਦਿਸ਼ਾ ਦਾ ਪਤਾ ਲੱਗ ਜਾਂਦਾ ਹੈ। ਅਖੀਰ ਵਿੱਚ ਇੱਕ ਹੋਰ ਮਹੱਤਵਪੂਰਨ ਯੰਤਰ ਹੈ ਬੇਟਾ, ਜਿਸ ਨੂੰ ਕਹਿੰਦੇ ਹਨ ਅਨੀਮੋਮੀਟਰ, ਯਾਨੀ ਕਿ ਵਾਯੂ ਵੇਗ ਮਾਪਕ ਯੰਤਰ। ਇਹ ਉਹ ਯੰਤਰ ਹੈ ਜਿਹੜਾ ਹਵਾ ਦੀ ਰਫ਼ਤਾਰ ਮਾਪਣ ਲਈ ਵਰਤਿਆ ਜਾਂਦਾ ਹੈ, ਅਤੇ ਇਹਦੇ 'ਤੇ ਵੀ ਵਿੰਡ ਵੇਨ ਦੀ ਤਰ੍ਹਾਂ, ਦਿਸ਼ਾ ਸੂਚਕ ਦੀ ਤਰ੍ਹਾਂ ਇੱਕ ਪੋਲ ਜਿਹਾ ਹੁੰਦਾ, ਅਤੇ ਉਹਦੇ 'ਤੇ 4 ਕੌਲੀਆਂ ਲੱਗੀਆਂ ਹੁੰਦੀਆਂ। ਇਹ ਕੌਲੀਆਂ ਜਿਸ ਰਫ਼ਤਾਰ ਨਾਲ ਘੁੰਮਦੀਆਂ ਉਸ ਦੀ ਰੀਡਿੰਗ ਲੈ ਲਈ ਜਾਂਦੀ ਹੈ, ਅਤੇ ਇਹ ਉਹਨਾਂ ਦੀ ਰਫ਼ਤਾਰ ਨੂੰ ਮੀਲਾਂ ਜਾਂ ਕਿਲੋਮੀਟਰਾਂ ਵਿੱਚ ਦੱਸਦਾ ਹੈ।